ले जी, गुरप्रीत गोगी जो है वो तो छा गए हैं वहाँ पे है। वो तो हर तरफ वही नज़र आते हैं। अब एक और उन्होंने इंटरव्यू दिया मेरे ख्याल में, वहीं पे ही बॉर्डर पे ही है वो धरने में। तो उनका एक और इंटरव्यू अभी भी आया, मैंने कहा चेक कर लेते हैं। उनकी बातें बड़ी अच्छी होती हैं। हाँ, मज़ा आता है उनकी बातें सुनने का। चेक कर लेते हैं। ਇਹਨੂੰ ਮੈਂ ਇਹੀ ਕਹਾਂਗਾ ਕੇਜਰੀਵਾਲ ਸਾਹਿਬ, ਇਹ ਪੂਰੀ ਬੋਤਲ 'ਚ ਦਾਰੂ ਪੀਣ ਤੋਂ ਬਾਅਦ 'ਚ ਬੋਤਲ ਭੰਨਣ ਵਾਲੀ ਗੱਲ ਹੈ ਨਹੀਂ ਪੀਣੀ ਚਾਹੀਦੀ, ਬਹੁਤ ਗੰਦੀ ਹੁੰਦੀ ਹੈ। ਫੇ ਪੀਤੀ ਕਿਉਂ? ਯਾਰ ਤੁਸੀਂ ਦੂਸਰੀ ਵਾਰ ਸੱਤਾ 'ਚ ਆਏ ਹੋ, 7ਵਾਂ ਸਾਲ ਤੁਹਾਡੀ ਹਕੂਮਤ ਦਾ ਚੱਲਦਾ ਪਿਆ। ਤੁਸੀਂ ਅੱਜ ਤੱਕ ਆਪੋਜੀਸ਼ਨ ਦੇ ਲੀਡਰ ਨੂੰ ਪੱਪੂ ਕਹਿ ਕੇ ਬੁਲਾਉਂਦੇ ਹੋ। ਅੱਜ ਤੁਸੀਂ ਮੰਨ ਰਹੇ ਹੋ ਕਿ ਤੁਹਾਡੀ ਆਪੋਜੀਸ਼ਨ ਇੰਨੀ ਸਟਰੋਂਗ ਹੋ ਗਈ ਕਿ ਉਹਨੇ 70% ਜਨਤਾ ਨੂੰ ਗੁੰਮਰਾਹ ਕਰ ਲਿਆ। 70 ਤੁਸੀਂ ਕਿਸਾਨ ਨੂੰ ਬੇਵਕੂਫ ਸਮਝ ਰਹੇ ਹੋ ਕਿ ਉਹਨੂੰ ਕੋਈ ਗੁੰਮਰਾਹ ਕਰ ਸਕਦਾ, ਕਿ ਆਪਣੀ ਆਪੋਜੀਸ਼ਨ ਨੂੰ ਜ਼ਿਆਦਾ ਸਮਰੱਥ ਸਮਝ ਰਹੇ ਹੋ, ਜ਼ਿਆਦਾ ਕੈਪੇਬਲ ਸਮਝ ਰਹੇ ਹੋ ਕਿ ਉਹ ਕਿਸਾਨ ਨੂੰ ਗੁੰਮਰਾਹ ਕਰ ਸਕਦੇ ਆ, ਕਿ ਆਪਣੀ ਨਲਾਇਕੀ ਮੰਨ ਰਹੇ ਹੋ, ਆਪਣੀ ਕਮਜ਼ੋਰੀ ਮੰਨ ਰਹੇ ਹੋ ਕਿ ਤੁਸੀਂ ਚੰਗਾ ਕੰਮ ਕਰਕੇ ਵੀ ਹਕੂਮਤ 'ਚ ਹੋ ਕੇ ਵੀ ਕਨਵਿੰਸ ਨਹੀਂ ਕਰ ਪਾਏ ਲੋਕਾਂ ਨੂੰ। ਬਿਲਕੁਲ ਜੀ, ਦੇਖੋ ਉੜਤਾ ਪੰਜਾਬ ਜ਼ਰੂਰ ਮੈਂ ਸਮਝਦਾ ਕਿ ਉਸ ਵੇਲੇ ਦੀਆਂ ਪ੍ਰਸਥਿਤੀਆਂ ਜੋ ਦਿਖਾਈ ਦੇ ਰਹੀਆਂ ਸੀ ਉਹਦੇ ਤੇ ਬਣਿਆ ਹੋਏਗਾ, ਪਰ ਉਹ ਅੱਜ ਕਿੱਡਾ ਵੱਡਾ ਇੱਕ ਝੂਠ ਸਾਬਤ ਹੋਇਆ ਉਹ, ਜਦੋਂ ਲੋਕਾਂ ਨੇ ਇਹ ਚੜ੍ਹਦਾ ਪੰਜਾਬ ਵੀ ਦੇਖ ਲਿਆ। ਹਾਲਾਂਕਿ ਮੌਕਾ ਸੀਗਾ, ਹੁਣ 31 ਦਸੰਬਰ ਦੀ ਰਾਤ ਹੈ ਔਰ 4 ਘੰਟਿਆਂ ਬਾਅਦ ਨਵਾਂ ਸਾਲ ਚੜ੍ਹ ਗਿਆ। ਮੈਂ ਚਾਹੁੰਦਾ ਤੇ ਮੁਬਾਰਕ ਵੀ ਦੇ ਸਕਦਾ ਤੁਹਾਨੂੰ ਵੀ 2021 ਚੜ੍ਹਨ ਵਾਲਾ, ਪਰ ਨਹੀਂ, ਮੁਬਾਰਕ ਦੇਣ ਨੂੰ ਮੇਰੇ ਕੋਲ ਸ਼ਬਦ ਨਹੀਂ ਹੈ, ਕਿਉਂਕਿ ਕੋਵਿਡ ਨੇ ਪਹਿਲੋਂ ਲੱਕ ਤੋੜਿਆ ਸਾਡਾ, ਉਸ ਤੋਂ ਬਾਅਦ ਤਾਂ ਅਦਮੋਏ ਕਰਤਾ ਹੁਣ ਕਿਸਾਨੀ ਜਬਰ ਜੋ ਕਿਸਾਨ ਦੇ ਉੱਤੇ ਹੋਇਆ। ਜਦ ਤੱਕ ਕਿਸਾਨ ਖੁਸ਼ ਨਹੀਂ ਹੈ ਉਦੋਂ ਤੱਕ ਕੋਈ ਮੁਬਾਰਕਬਾਦ ਨਹੀਂ। ਰੋਜ਼ਾਨਾ ਸਪੋਕਸਮੈਨ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ। ਦੋਸਤੋ, ਪੰਜਾਬ ਦੇ ਵਿੱਚੋਂ ਸ਼ੁਰੂ ਹੋਇਆ ਕਿਸਾਨੀ ਅੰਦੋਲਨ ਇਸ ਤਰ੍ਹਾਂ ਜਨ ਅੰਦੋਲਨ ਬਣ ਜਾਏਗਾ ਤੇ ਦਿੱਲੀ ਦੀਆਂ ਸੜਕਾਂ ਤੇ, ਦਿੱਲੀ ਦੀਆਂ ਹੱਦਾਂ ਤੇ ਕਿਸਾਨ ਇਸ ਤਰ੍ਹਾਂ ਭਾਰੀ ਗਿਣਤੀ ਦੇ ਵਿੱਚ ਆ ਬੈਠਣਗੇ, ਕਦੇ ਕਿਸੇ ਨੇ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਹੋਊਗਾ। ਇਸ ਵਕਤ ਅਸੀਂ ਗਾਜ਼ੀਪੁਰ ਬਾਰਡਰ ਮੌਜੂਦ ਆ। ਮੇਰੇ ਨਾਲ ਇਸ ਵਕਤ ਉਹ ਸ਼ਖਸੀਅਤ ਮੌਜੂਦ ਨੇ ਜਿਨ੍ਹਾਂ ਨੇ ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਬੋਲੀ ਲਈ, ਪੰਜਾਬੀਅਤ ਲਈ ਕੰਮ ਕੀਤਾ ਹੈ, ਤੇ ਨਾਲ ਦੀ ਨਾਲ ਜੇ ਮੈਂ ਗੱਲ ਕਰਾਂ ਉਹ ਰਾਜਨੀਤਿਕ ਮਸਲਿਆਂ ਤੇ ਰਾਜਨੀਤੀ ਤੇ ਵੀ ਆਪਣੀ ਜਿਹੜੀ ਸਮਝ ਰੱਖਦੇ ਨੇ, ਤੇ ਨਾਲ ਦੇ ਨਾਲ ਆਪਣੇ ਅਲੱਗ ਅੰਦਾਜ਼ ਦੇ ਨਾਲ ਲੋਕਾਂ ਨੂੰ ਸੇਧ ਵੀ ਦਿੰਦੇ ਨੇ ਤੇ ਵਿਅੰਗ ਵੀ ਕੱਸਦੇ ਨੇ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾ ਸਵਾਲ, ਕੀ ਨਜ਼ਰੀਆ ਇਸ ਸਾਰੇ ਅੰਦੋਲਨ ਨੂੰ? ਨਜ਼ਰੀਆ ਦੇਖੋ, ਅੰਦੋਲਨ ਜਦੋਂ ਚੱਲਦੇ ਨੇ, ਅੰਦੋਲਨ ਦੀ ਕੋਈ ਡੇਟ ਨਹੀਂ ਮਿੱਥੀ ਜਾ ਸਕਦੀ। ਇਹਦੀ ਸ਼ੁਰੂ ਕਰਨ ਦੀ ਡੇਟ ਤਾਂ ਮਿੱਥੀ ਜਾ ਸਕਦੀ ਵੀ ਕਿੱਦਣ ਤੋਂ ਸ਼ੁਰੂ ਹੋਏਗਾ, ਇਹਦੀ ਸਮਾਪਤੀ ਦੀ ਡੇਟ ਕਦੇ ਨਹੀਂ ਮਿੱਥੀ ਜਾਂਦੀ ਹੁੰਦੀ। ਅੰਦੋਲਨ ਜਿਹੜੇ ਨੇ ਜਾਂ ਤਾਂ ਖਤਮ ਕਰ ਦਿੱਤੇ ਜਾਂਦੇ ਨੇ ਜਾਂ ਅੰਦੋਲਨ ਜਿੱਤ ਕੇ ਸਮਾਪਤ ਹੁੰਦੇ ਨੇ। ਪਰ ਜੇ ਪੰਜਾਬ ਦੇ ਇਤਿਹਾਸ ਦੀ ਗੱਲ ਸ਼ੁਰੂ ਕਰੀਏ ਆਪਾਂ, ਤੇ ਸਦੀਆਂ ਪੁਰਾਣਾ ਇਤਿਹਾਸ ਦੇਖ ਲਈਏ, ਪੰਜਾਬ 'ਚ ਜੇ ਕੋਈ ਮੂਵਮੈਂਟ ਉੱਠੀ ਹੈ, ਜੇ ਕੋਈ ਸੰਘਰਸ਼ ਉੱਠਿਆ ਜਿੱਥੇ ਸਾਰੇ ਪੰਜਾਬ ਨੇ ਇੱਕ ਸੁਰ ਹੋ ਕੇ ਇੱਕ ਆਵਾਜ਼ ਉਠਾਈ ਹੋਵੇ, ਉਹ ਸੰਘਰਸ਼ ਕਦੇ ਅਜਾਈ ਨਹੀਂ ਗਿਆ, ਉਹ ਕਾਮਯਾਬ ਹੋਇਆ। ਸੋ ਇਹ ਵੀ ਆਪਣੇ ਆਪ ਦੇ ਵਿੱਚ ਬੜੀ ਵੱਡੀ ਮਿਸਾਲ ਹੋਏਗਾ ਜਦੋਂ ਕਿਸਾਨ ਜਿੱਤ ਕੇ ਵਾਪਸ ਮੁੜੇਗਾ ਆਪਣੇ ਹੱਕਾਂ ਦੀ ਲੜਾਈ ਲੜ ਕੇ। ਸੋ ਕਿਉਂਕਿ ਜੀ ਉਰੇ ਆਪਾਂ ਦੇਖੀਏ ਪੂਰੇ ਜਿਹੜੇ ਪ੍ਰਬੰਧ ਨੇ ਉਹ ਕੱਲੀ ਜਿਹੜੀ ਛੋਟੀ ਤੋਂ ਲੈ ਕੇ ਵੱਡੀ ਉਪਲਬਧ ਕੀਤੀ ਗਈ ਹੈ ਚੀਜ਼ ਕਿਸਾਨਾਂ ਦੇ ਲਈ। ਸਫਾਈ ਦਾ ਪੂਰਾ ਧਿਆਨ ਰੱਖਿਆ ਗਿਆ। ਇੱਕ ਜਿਹੜੀ ਪਿਕਚਰ ਨਿਕਲ ਕੇ ਆ ਰਹੀ ਹੈ ਇਸ ਅੰਦੋਲਨ ਦੀ, ਮੈਂ ਕਹੂੰਗਾ ਇੱਕ ਬੜੀ ਚੰਗੀ ਜਿਹੜਾ ਮੈਸੇਜ ਆ ਰਿਹਾ ਪੂਰੇ ਆਵਾਮ ਨੂੰ। ਇੱਥੇ ਕਿਸਾਨ ਆ ਕੇ ਰਹਿ ਰਿਹਾ ਹੈ ਨਾ, ਤੁਹਾਡਾ ਜਿਹੜਾ ਰਹਿਣ ਸਹਿਣ ਹੈ ਨਾ, ਉਹੀ ਤੁਹਾਡਾ ਕਿਰਦਾਰ ਦਰਸਾਉਂਦਾ ਲੋਕਾਂ ਨੂੰ। ਤੁਹਾਡਾ ਕਿਰਦਾਰ ਲੋਕਾਂ ਨੂੰ ਕਿੱਥੋਂ ਪਤਾ ਲੱਗਦਾ ਕਿ ਹਾਊ ਯੂ ਲਿਵ, ਹੈ ਨਾ, ਤੁਹਾਡਾ ਲਾਈਫ ਸਟਾਈਲ ਕੀ ਹੈ। ਲਾਈਫ ਸਟਾਈਲ ਇੱਕ ਲਫ਼ਜ਼ ਜਿਹੜਾ ਨਾ ਉਹ ਜੁੜ ਗਿਆ ਲਗਜ਼ਰੀ ਦੇ ਨਾਲ, ਕਿ ਲੋਕੀ ਕਹਿੰਦੇ ਜਿਹੜਾ ਵੱਡੀ ਗੱਡੀ 'ਚੋਂ ਉਤਰਦਾ, ਜਿਹੜਾ ਬਹੁਤ ਪੈਸੇ ਖਰਚਦਾ, ਜਿਹੜਾ ਮਤਲਬ ਪੂਰਾ ਮੌਜਾਂ ਕਰਦਾ, ਉਹਨੂੰ ਕਹਿੰਦੇ ਲਾਈਫ ਸਟਾਈਲ। ਉਹ ਨਹੀਂ ਹੁੰਦਾ। ਲਾਈਫ ਸਟਾਈਲ ਇੱਕ ਦੇਸੀ ਘਰ ਦੀ, ਗਰੀਬ ਘਰ ਦੀ ਇੱਕ ਸੁਆਣੀ ਦਾ ਵੀ ਲਾਈਫ ਸਟਾਈਲ ਹੁੰਦਾ ਕਿ ਉਹ ਭਾਂਡੇ ਮਾਂਜ ਕੇ ਉਹਦਾ ਪਾਣੀ ਡੋਂਗਿਆਂ 'ਚੋਂ ਕੱਢ ਕੇ ਤੇ ਫਿਰ ਉਹ ਕਿਵੇਂ ਟਿਕਾਉਂਦੀ ਹੈ, ਕਿਵੇਂ ਚਿਣਦੀ ਹੈ, ਉਹ ਕੱਪੜਿਆਂ ਨੂੰ ਤੈਅ ਕਿਵੇਂ ਲਾ ਕੇ ਰੱਖਦੀ ਹੈ, ਉਹ ਸਫਾਈ ਕਿਵੇਂ ਰੱਖਦੀ ਹੈ। ਉਹ ਜਿਹੜੀ ਕੀ ਪਾਉਂਦੇ ਹੁੰਦੇ ਸੀ, ਸਾਡੇ ਮਾਤਾ ਜੀ ਵੀ ਪਾਉਂਦੇ ਹੁੰਦੇ ਸੀ, ਉਹ ਗੋਲੀਆਂ ਜਿਹੀਆਂ ਪਾਉਂਦੇ ਹੁੰਦੇ ਨੇ ਨਾ, ਜਿਹਨੂੰ ਫਰਨੈਲ ਦੀਆਂ ਗੋਲੀਆਂ, ਅਸੀਂ ਫਰਨੈਲ ਦੀਆਂ ਕਹਿੰਦੇ ਰਹੇ ਹਾਂ, ਤੇ ਉਹ ਗੋਲੀਆਂ ਵੀ ਪਾ ਕੇ ਰੱਖਣੀਆਂ ਕੋਈ ਟਿੱਡੀ। ਇਹ ਲਾਈਫ ਸਟਾਈਲ ਦਾ ਹਿੱਸਾ ਹੈ। ਤੁਸੀਂ ਹਾਊ ਯੂ ਕੈਰੀ ਯੋਰ ਸੈਲਫ। ਕਹਿੰਦੇ ਸੁਰਮਾ ਪਾ ਬੜੇ ਲੈਂਦੇ, ਮਟਕਾਉਣਾ ਨਹੀਂ ਆਉਂਦਾ। ਜੇ ਪਾ ਲਿਆ ਮਟਕਾਉਣਾ ਨਹੀਂ ਆਇਆ ਫਿਰ ਕੀ ਫਾਇਦਾ। ਪੰਜਾਬੀਆਂ ਦੀ ਇੱਕ ਪਹਿਚਾਣ ਹੈ। ਜੇ ਮੈਨੂੰ ਕੋਈ ਕਹੇ ਨਾ ਇੱਕ ਲਾਈਨ 'ਚ ਪੰਜਾਬੀ ਨੂੰ ਦੱਸਣਾ ਕਿ ਪੰਜਾਬੀ ਕੌਣ ਹੁੰਦੇ ਨੇ, ਤਾਂ ਇੱਕ ਲਾਈਨ 'ਚ ਇਹ ਦੱਸਿਆ ਜਾ ਸਕਦਾ ਕਿ 2 ਪੈਰ ਘੱਟ ਤੁਰਨਾ
ਪਰ ਤੁਰਨਾ ਮੜਕ ਦੇ ਨਾਲ। ਤੁਸੀਂ ਲਾਈਫ ਸਟਾਈਲ ਦੀ ਗੱਲ ਕਰ ਰਹੇ ਹੋ, ਇਸ ਲਾਈਫ ਸਟਾਈਲ ਤੇ ਸਵਾਲ ਵੀ ਬੜੇ ਖੜੇ ਹੋ ਰਹੇ ਨੇ। ਕਹਿੰਦੇ ਥੱਲੇ ਮਹਿੰਗੀਆਂ ਕਾਰਾਂ ਨੇ, ਹੱਥਾਂ ਦੇ ਵਿੱਚ ਮਹਿੰਗੇ ਫੋਨ ਨੇ, ਇਹ ਕਿਸਾਨ ਨਹੀਂ ਹੋ ਸਕਦੇ। ਬਿਲਕੁਲ ਕਾਰਾਂ ਮਹਿੰਗੀਆਂ ਨੇ, ਉਹ ਕਾਰਾਂ ਨੇ ਜਿਹੜੀਆਂ ਸ਼ਾਇਦ ਕਈ ਬਹੁਤ ਵੱਡੇ ਧਨਾੜ ਲੋਕਾਂ ਨੇ ਵੀ ਨਹੀਂ ਦੇਖੀਆਂ ਹੋਣੀਆਂ ਜਾਂ ਸੋਚੀਆਂ ਵੀ ਨਹੀਂ ਹੋਣੀਆਂ, ਪਰ ਐਟ ਦਾ ਸੇਮ ਟਾਈਮ ਉਹ ਕਿਸਾਨ ਵੱਲ ਤੁਹਾਡਾ ਧਿਆਨ ਕਿਉਂ ਨਹੀਂ ਜਾਂਦਾ ਜਿਹੜਾ ਅੱਜ ਵੀ ਸਲਫਾਸ ਖਾ ਰਿਹਾ? ਉਸ ਕਿਸਾਨ ਵੱਲ ਤੁਹਾਡਾ ਧਿਆਨ ਕਿਉਂ ਨਹੀਂ ਜਾਂਦਾ ਜਿਹੜਾ ਅੱਜ ਵੀ ਆਪਣੇ ਖੇਤ 'ਚ ਆਪਣੀ ਟਾਹਲੀ ਨਾਲ ਲਟਕਿਆ ਹੁੰਦਾ, ਫਾਹ ਲੈ ਕੇ ਮਰ ਜਾਂਦਾ? ਸੋ ਇਹ ਵਰਗ ਹੈ, ਇਹਦੇ 'ਚ ਸਾਡੇ ਸਮਰੱਥ ਕਿਸਾਨ ਵੀ ਹੈਗੇ ਨੇ ਜਿਨ੍ਹਾਂ ਨੇ ਦੇਸ਼ ਨੂੰ ਲੀਡ ਕੀਤਾ ਕਿਸਾਨੀ ਦੇ ਵਿੱਚ, ਜਿਨ੍ਹਾਂ ਕੋਲ ਅੱਜ ਅੱਛੀ ਕਿਸਾਨੀ ਹੈ, ਅੱਛੀ ਖੇਤੀਬਾੜੀ ਹੈ। ਕੋਈ ਗੁਨਾਹ ਹੋ ਗਿਆ? ਮਤਲਬ ਕਿੱਥੇ ਲਿਖਿਆ ਕਿ ਇੰਡਸਟਰੀਲਿਸਟ ਹੀ ਸਿਰਫ ਤਰੱਕੀ ਕਰ ਸਕਦਾ, ਕਿਸਾਨ ਤਰੱਕੀ ਨਹੀਂ ਕਰ ਸਕਦਾ? ਇਹ ਕਿੱਥੇ ਲਿਖਿਆ? ਲੋਕ ਬੜੇ ਟੌਰ ਨਾਲ ਕਹਿੰਦੇ ਨੇ ਭਾਜੀ ਸਾਈਕਲਾਂ ਦੀ ਦੁਕਾਨ ਹੁੰਦੀ ਸੀ, ਫਿਰ ਹੌਲੀ ਹੌਲੀ ਮੋਟਰਸਾਈਕਲਾਂ ਦੀ ਏਜੰਸੀ ਲੈ ਲਈ, ਬਾਅਦ 'ਚ ਕਿਤੇ ਕਾਰਾਂ ਦੀ ਮਿਲ ਗਈ ਏਜੰਸੀ ਭਾਜੀ, ਤੇ ਹੁਣ ਤਾਂ ਭਾਜੀ ਮਤਲਬ ਸਾਡੇ ਜਿਹੜੇ ਆਊਟਲੈਟ ਨੇ ਨਾ ਪੂਰੀ ਕੰਟਰੀ ਭਾਜੀ 22 ਆਊਟਲੈਟ ਨੇ। ਮਤਲਬ ਤੁਸੀਂ ਟੌਰ ਨਾਲ ਦੱਸ ਸਕਦੇ ਹੋ, ਕਿਸਾਨ ਨਹੀਂ ਦੱਸ ਸਕਦਾ ਕਿ ਮੇਰੇ ਕੋਲ ਪਹਿਲਾਂ 8 ਖੇਤ ਹੁੰਦੇ ਸੀ, 8 ਤੋਂ ਫਿਰ ਮੈਂ ਕਿੱਦਾਂ 12 ਕੀਤੇ, 12 ਤੋਂ 28 ਕਿਵੇਂ ਹੋਏ ਤੇ ਮੇਰੇ 56 ਕਿਵੇਂ ਹੋਏ? ਕਿਸਾਨ ਨਹੀਂ ਕਰ ਸਕਦਾ। ਫਿਰ ਕਿਸਾਨ ਕੋਲ ਜੇ ਖੇਤੀਬਾੜੀ ਚੰਗੀ ਤਗੜੀ ਹੈ, ਉਹ ਗੱਡੀ ਕਿਉਂ ਨਹੀਂ ਰੱਖ ਸਕਦਾ? ਤੁਸੀਂ ਸਿਆਸੀ ਸਮਝ ਵੀ ਰੱਖਦੇ ਹੋ? ਜੇ ਆਪਾਂ ਇਤਿਹਾਸ ਤੇ ਨਜ਼ਰ ਮਾਰੀਏ, ਅੰਨਾ ਹਜ਼ਾਰੇ ਦਾ ਜਿਹੜਾ ਅੰਦੋਲਨ ਸੀ, ਉਹਨਾਂ ਦੇ ਅੰਦੋਲਨ ਤੋਂ ਬਾਅਦ ਆਮ ਆਦਮੀ ਪਾਰਟੀ ਨਿਕਲ ਕੇ ਆਈ। ਕੀ ਲੱਗਦਾ ਹੈ ਕਿ ਇਸ ਅੰਦੋਲਨ 'ਚੋਂ ਕੋਈ ਪੋਲੀਟੀਕਲ ਪਾਰਟੀ, ਕਿਸਾਨ ਪਾਰਟੀ ਜਾਂ ਕੋਈ ਹੋਰ ਪਾਰਟੀ ਨਿਕਲ ਕੇ ਆ ਸਕਦੀ? ਬਹੁਤ ਅੱਛੀ ਗੱਲ, ਤੁਸੀਂ ਸਵਾਲ ਦੇ ਵਿੱਚ ਹੀ ਜਵਾਬ ਹੈ ਮੇਰਾ। ਤੁਸੀਂ ਕਿਹਾ ਅੰਨਾ ਹਜ਼ਾਰੇ ਦਾ ਅੰਦੋਲਨ ਸੀ, ਉਹ ਕਿਸੇ ਵਿਅਕਤੀ ਦਾ ਅੰਦੋਲਨ ਸੀ। ਕਿਸੇ ਵਿਅਕਤੀ ਦੇ ਅੰਦੋਲਨ 'ਚੋਂ ਵਿਅਕਤੀ ਨਿਕਲ ਸਕਦੇ ਨੇ, ਪਰ ਇਹ ਕਿਸਾਨ ਦਾ ਅੰਦੋਲਨ ਹੈ। ਇਹ ਕਿਸੇ ਬੰਦੇ ਦੇ, ਇਹ ਦੱਸ ਦਿਓ ਕਿਹਦਾ ਅੰਦੋਲਨ? ਕਿਸੇ ਇੱਕ ਬੰਦੇ ਦੇ ਨਾਂ ਤੇ ਦੱਸ ਦਿਓ ਇਹਦਾ ਇੱਕ ਲੀਡਰ ਕੌਣ ਹੈ? ਇਹ ਤਾਂ ਜਦੋਂ ਗੱਲ ਹੁੰਦੀ ਹੈ ਉਦੋਂ ਵੀ ਸਾਰੀਆਂ ਜਥੇਬੰਦੀਆਂ ਜਾਂਦੀਆਂ ਨੇ ਜਾਂ ਉਹਨਾਂ ਦੇ ਨੁਮਾਇੰਦੇ ਚੁਣ ਕੇ ਭੇਜੇ ਜਾਂਦੇ ਨੇ, ਕੋਈ ਇੱਕ ਬੰਦਾ ਗੱਲ ਕਰਨ ਨਹੀਂ ਜਾਂਦਾ। ਸੋ ਇੱਕ ਬੰਦੇ ਦੇ ਸੰਘਰਸ਼ ਵਿੱਚੋਂ ਤਾਂ ਕੋਈ ਪਾਰਟੀ ਨਿਕਲ ਸਕਦੀ ਹੈ। ਇਹ ਸਰਬ ਸਾਂਝਾ ਸੰਘਰਸ਼ ਹੈ। ਇਹਦਾ ਕੰਮ ਜਿਹੜੇ ਪੋਲੀਟੀਕਲ ਲੀਡਰ ਪੈਦਾ ਕਰਨੇ ਨਹੀਂ ਹੈ। ਹਾਂ, ਜੇ ਕੋਈ ਪੋਲੀਟੀਕਲ ਲੀਡਰ ਕਿਸੇ ਤਰ੍ਹਾਂ ਦਾ ਇਹਦੇ 'ਚੋਂ ਗੇਨ ਲੈਣ ਦੀ ਕਦੇ ਕੋਸ਼ਿਸ਼ ਵੀ ਕਿਸੇ ਨੇ ਕੀਤੀ ਹੈ ਤਾਂ ਉਹਨੂੰ ਇੱਥੋਂ ਮਨ੍ਹਾ ਕਰ ਦਿੱਤਾ ਗਿਆ। ਉਹਨੂੰ ਇਹ ਕਿਹਾ ਗਿਆ ਕਿ ਇਹ ਸਿਆਸੀ ਪਿੜ ਨਹੀਂ ਹੈ, ਇਹ ਸਿਆਸੀ ਕੋਈ ਮੰਚ ਨਹੀਂ ਹੈ। ਸੋ ਬੜੀ ਸਲੀਕੇ ਦੇ ਨਾਲ ਰਾਜਨੀਤੀ ਨੂੰ ਇਸ ਸੰਘਰਸ਼ ਦੇ ਮੰਚ ਤੋਂ ਦੂਰ ਰੱਖਿਆ ਗਿਆ, ਜਿਹੜੀ ਕਿ ਮੈਂ ਕਹਿੰਦਾ ਬੜੀ ਐਪਰੀਸ਼ੀਏਟ ਕਰਨ ਵਾਲੀ ਗੱਲ ਹੈ, ਕਿਉਂਕਿ ਇੱਥੇ ਉਹ ਵੀ ਲੀਡਰ ਹੋਏ ਨੇ ਜਿਨ੍ਹਾਂ ਨੇ ਸੰਘਰਸ਼ ਦੇ ਵਿੱਚ ਬੱਚਿਆਂ ਦੀਆਂ ਸਹੁੰਆਂ ਖਾ ਕੇ ਕਿਹਾ ਸੀ ਕਿ ਹਮ ਕभी ਰਾਜਨੀਤੀ में नहीं आएंगे। ਉਹ ਅੱਜ ਸੀਐਮ ਬਣੇ ਹੋਏ ਨੇ, ਪਰ ਇਹ ਤਾਂ ਇਹਨਾਂ ਨੇ ਰਾਜਨੀਤੀ ਤੋਂ ਦੂਰ ਹੀ ਇੰਨਾ ਰੱਖਿਆ ਕਿ ਕੋਈ ਬੰਦਾ ਸੋਚ ਵੀ ਨਾ ਸਕੇ ਰਾਜਨੀਤੀ ਬਾਰੇ। ਸੋ ਜਿੱਧਰ ਤੁਹਾਡਾ ਇਸ਼ਾਰਾ ਮੈਂ ਉਧਰ ਵੀ ਸਵਾਲ ਲੈ ਕੇ ਜਾਣਾ। ਮੋਦੀ ਸਾਹਿਬ ਵੀ ਇਹ ਗੱਲ ਕਹਿ ਰਹੇ ਨੇ, ਬਾਕੀ ਸਰਕਾਰੀ ਹੋਰ ਨੁਮਾਇੰਦੇ ਵੀ ਇਹ ਗੱਲ ਕਹਿ ਰਹੇ ਨੇ, ਕਹਿੰਦੇ ਇਸ ਦੇ ਵਿੱਚ ਜਿਹੜਾ ਓਪੋਜੀਸ਼ਨ ਵੱਲੋਂ ਕਿਸਾਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ, ਤੇ ਕੇਜਰੀਵਾਲ ਸਾਹਿਬ ਜਾਂ ਵੱਖ-ਵੱਖ ਉਹਨਾਂ ਵੱਲੋਂ ਵੀ ਬਿੱਲ ਪਾੜੇ ਗਏ ਨੇ, ਉੱਥੇ ਸ਼ਮੂਲੀਅਤ ਵੀ ਕੀਤੀ ਗਈ ਹੈ। ਬਾਕੀ ਹੋਰ ਜਿਹੜੇ ਪੋਲੀਟੀਕਲ ਪਾਰਟੀਆਂ ਦੇ ਨੁਮਾਇੰਦੇ ਨੇ ਉਹ ਵੀ ਇਸ ਅੰਦੋਲਨ 'ਚ ਪਹੁੰਚ ਰਹੇ ਨੇ, ਉਸ ਨੂੰ ਕਿਵੇਂ ਦੇਖਦੇ ਹੋ? ਯਾਰ ਤੁਸੀਂ ਦੂਸਰੀ ਵਾਰ ਸੱਤਾ 'ਚ ਆਏ ਹੋ, 7ਵਾਂ ਸਾਲ ਤੁਹਾਡੀ ਹਕੂਮਤ ਦਾ ਚੱਲਦਾ ਪਿਆ, ਤੁਸੀਂ ਅੱਜ ਤੱਕ ਆਪੋਜੀਸ਼ਨ ਦੇ ਲੀਡਰ ਨੂੰ ਪੱਪੂ ਕਹਿ ਕੇ ਬੁਲਾਉਂਦੇ ਹੋ। ਅੱਜ ਤੁਸੀਂ ਮੰਨ ਰਹੇ ਹੋ ਕਿ ਤੁਹਾਡੀ ਆਪੋਜੀਸ਼ਨ ਇੰਨੀ ਸਟਰੋਂਗ ਹੋ ਗਈ ਕਿ ਉਹਨੇ 70% ਜਨਤਾ ਨੂੰ ਗੁੰਮਰਾਹ ਕਰ ਲਿਆ। 70% ਕਿਸਾਨ ਬੈਠਾ ਹੈ ਇੰਡੀਆ ਦੇ ਵਿੱਚ, ਉਹ ਇੰਨੀ ਸਟਰੋਂਗ ਹੋ ਗਈ, ਇੱਕਦਮ ਇੰਨੀ ਤਾਕਤਵਰ ਹੋ ਗਈ ਕਿ ਉਹਨੇ ਸਾਰਾ ਕਿਸਾਨ ਗੁੰਮਰਾਹ ਕਰ ਲਿਆ। ਤੁਸੀਂ ਕਿਸਾਨ ਨੂੰ ਬੇਵਕੂਫ ਸਮਝ ਰਹੇ ਹੋ ਕਿ ਉਹਨੂੰ ਕੋਈ ਗੁੰਮਰਾਹ ਕਰ ਸਕਦਾ, ਕਿ ਆਪਣੀ ਆਪੋਜੀਸ਼ਨ ਨੂੰ ਜ਼ਿਆਦਾ ਸਮਰੱਥ ਸਮਝ ਰਹੇ ਹੋ, ਜ਼ਿਆਦਾ ਕੈਪੇਬਲ ਸਮਝ ਰਹੇ ਹੋ ਕਿ ਉਹ ਕਿਸਾਨ ਨੂੰ ਗੁੰਮਰਾਹ ਕਰ ਸਕਦੇ ਆ, ਕਿ ਆਪਣੀ ਨਲਾਇਕੀ ਮੰਨ ਰਹੇ ਹੋ, ਆਪਣੀ ਕਮਜ਼ੋਰੀ ਮੰਨ ਰਹੇ ਹੋ ਕਿ ਤੁਸੀਂ ਚੰਗਾ ਕੰਮ ਕਰਕੇ ਵੀ, ਹਕੂਮਤ 'ਚ ਹੋ ਕੇ ਵੀ ਕਨਵਿੰਸ ਨਹੀਂ ਕਰ ਪਾਏ ਲੋਕਾਂ ਨੂੰ, ਤੁਹਾਡੇ 'ਚ ਕਨਵਿਕਸ਼ਨ ਨਹੀਂ ਹੈ, ਤੁਹਾਡੀ ਕਮਜ਼ੋਰ ਜੀ ਆਪੋਜੀਸ਼ਨ ਨੇ ਇੰਨੇ ਵੱਡੇ ਗਰੁੱਪ ਨੂੰ ਗੁੰਮਰਾਹ ਕਰ ਲਿਆ। ਇਹ ਤੁਸੀਂ ਆਪਣੀ ਨਲਾਇਕੀ ਦੱਸ ਰਹੇ ਹੋ, ਕਿਸੇ ਦੀ ਕੋਈ ਗੱਲ ਨਹੀਂ। ਸੋ ਮੈਂ ਤੁਹਾਨੂੰ ਦੱਸ ਦਵਾਂ ਗੱਲ ਜਿਹੜੀ ਤੁਸੀਂ ਦੱਸ ਰਹੇ ਸੀ ਕਿ ਬਿੱਲ ਪਾੜੇ, ਕੇਜਰੀਵਾਲ ਸਾਹਿਬ ਨੇ ਵੀ ਜਿਹੜੇ ਬਿੱਲ ਪਾੜੇ ਨੇ, ਪਰ ਪਹਿਲੋਂ ਤਾਂ 1 ਮਹੀਨਾ ਪਹਿਲੋਂ ਆਪਣੀ ਕੈਬਨਿਟ ਦੇ ਵਿੱਚ ਉਹਨਾਂ ਬਿੱਲਾਂ ਨੂੰ ਮਨਜ਼ੂਰੀ ਦੇ ਦਿੱਤੀ, ਉਹਨਾਂ ਕਾਨੂੰਨਾਂ ਨੂੰ ਮਤਾ ਪਾਸ ਕਰਤਾ ਉਹਨਾਂ ਦੇ ਹੱਕ ਵਿੱਚ, ਬਾਅਦ 'ਚ ਤੁਸੀਂ ਕਾਪੀਆਂ ਪਾੜ ਰਹੇ ਹੋ। ਇਹਨੂੰ ਮੈਂ ਇਹੀ ਕਹਾਂਗਾ ਕੇਜਰੀਵਾਲ ਸਾਹਿਬ, ਇਹ ਪੂਰੀ ਬੋਤਲ 'ਚ ਦਾਰੂ ਪੀਣ ਤੋਂ ਬਾਅਦ 'ਚ ਬੋਤਲ ਭੰਨਣ ਵਾਲੀ ਗੱਲ ਹੈ, ਨਹੀਂ ਪੀਣੀ ਚਾਹੀਦੀ, ਬਹੁਤ ਗੰਦੀ ਹੁੰਦੀ ਹੈ। ਫਿਰ ਪੀਤੀ ਕਿਉਂ? ਕਈ ਸੀਐਮ ਜਿਹੜੇ ਨੇ ਅੜ ਗਏ ਨੇ ਕਈ ਸਟੇਟਾਂ ਦੇ, ਉਹਨਾਂ ਨੇ ਨਹੀਂ ਪਾਸ ਕੀਤੇ। ਅੱਜ ਵੀ ਮੈਂ ਦੇਖਿਆ ਕੇਰਲਾ ਦੇ ਵਿੱਚ ਵੀ ਇਸ ਕਾਨੂੰਨ ਦੇ ਖਿਲਾਫ ਮਤਾ ਪਾਸ ਹੋਇਆ ਅੱਜ ਕੇਰਲਾ ਦੇ ਵਿੱਚ ਵੀ, ਕੇਰਲਾ ਦੀ ਵਿਧਾਨ ਸਭਾ 'ਚ। ਇੱਦਾਂ ਹੋਰ ਵੀ ਸਟੇਟਸ ਵਿੱਚ ਹੋਇਆ। ਤੁਸੀਂ ਪਹਿਲਾਂ ਮਨਜ਼ੂਰ ਕਰਕੇ ਬਾਅਦ 'ਚ ਕਾਪੀਆਂ ਪਾੜਦੀਆਂ, ਕਿ ਉਹ ਉਹੀ ਕਾਪੀਆਂ ਰਹਿ ਗਈਆਂ ਸੀ ਇੰਡੀਆ 'ਚ, ਉਹ ਹੋਰ ਕਾਪੀਆਂ ਕਢਾ ਲੈਣਗੇ। ਕਿੰਨੇ ਦੀਆਂ ਭਾਜੀ? 50 ਪੈਸੇ ਦੀ ਕਾਪੀ ਨਿਕਲ ਆਉਂਦੀ ਮੇਰੇ ਖਿਆਲ ਨਾਲ ਨਵੀਂ। ਖੇਤੀ ਮੰਤਰੀ ਨੇ ਉਹਨਾਂ ਨੇ
ਕੱਲ ਜਿਹੜੇ ਅਨਾਨਾਸ ਦਾ 20 ਟਨ ਦਾ ਟਰੱਕ ਉੱਥੇ ਬਾਰਡਰ ਤੇ ਭੇਜਿਆ, ਟਿਕਰੀ ਬਾਰਡਰ ਤੇ। ਸੋ ਮੈਂ ਇਹਦੇ ਨਾਲ ਤੁਹਾਨੂੰ ਇਹ ਵੀ ਦੱਸ ਦੇਵਾਂ ਕਿ ਘੁੱਗੀ ਸਾਹਿਬ ਉਰੇ ਇਕੱਲੇ ਨਹੀਂ ਪਹੁੰਚੇ, ਆਪਣੀ ਪੂਰੀ ਫੈਮਿਲੀ ਦੇ ਨਾਲ ਆਏ ਨੇ। 16 ਮੈਂਬਰ ਜਿਹੜੇ ਇਸ ਅੰਦੋਲਨ ਦੇ ਵਿੱਚ ਆਪਣੀ ਸ਼ਮੂਲੀਅਤ ਦੇਣ ਆਏ ਨੇ। ਮਿਸਿਸ ਬੈਠੇ ਨੇ, ਉਹਨਾਂ ਦੇ ਮੈਡਮ ਬੈਠੇ ਨੇ, ਉਧਰ ਬੇਟੀ ਨੇ। ਸੋ ਉਹਨਾਂ ਨਾਲ ਵੀ ਸਵਾਲ ਲਵਾਂਗੇ। ਮੈਡਮ, ਤੁਸੀਂ ਕਿਵੇਂ ਇਸ ਸਾਰੇ ਅੰਦੋਲਨ ਨੂੰ ਦੇਖਦੇ ਹੋ? ਤੁਹਾਡਾ ਕੀ ਨਜ਼ਰੀਆ, ਤੁਸੀਂ ਉਰੇ ਦੇਖਿਆ ਹੋਊਗਾ, ਕੀ ਜਿਹੜੀ ਪਿਕਚਰ ਦਿਮਾਗ ਦੇ ਵਿੱਚ ਆਉਂਦੀ ਹੈ? ਮੈਨੂੰ ਬੜੀ ਖੁਸ਼ੀ ਹੈ ਕਿ ਜਿਹੜੀ ਪੰਜਾਬ ਦੀ ਇੱਕ ਪੰਜਾਬ ਦਾ ਵਕਾਰ ਵਾਪਸ ਆਇਆ, ਪੰਜਾਬ ਦਾ ਜਿਹੜਾ ਨਾਮ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਸਾਡੇ ਯੂਥ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਪਹਿਲਾਂ ਇੱਕ ਨਾਰਾ ਸੀ ਜੈ ਜਵਾਨ ਜੈ ਕਿਸਾਨ, ਜੋ ਨਾਰਾ ਹੈ, ਔਰ ਅੱਜ ਕੋਸ਼ਿਸ਼ ਹੈ ਸਰਕਾਰਾਂ ਦੀ ਕਿ ਜਵਾਨਾਂ ਦੀ ਡਿਊਟੀ ਜਿਹੜੀ ਲੱਗੀ ਹੈ, ਆਈ ਥਿੰਕ ਉਹ ਬੜੇ ਮਜਬੂਰ ਹੋ ਕੇ ਡਿਊਟੀ ਦੇ ਰਹੇ। ਕਿਸੇ ਦਾ ਵੀ ਇਹ ਨਾਰਾ ਖਰਾਬ ਨਹੀਂ ਹੋ ਸਕਦਾ। ਜਵਾਨ ਸਾਡੇ ਨਾਲ ਹੈ, ਕਿਸਾਨ ਔਰ ਜਵਾਨਾਂ ਨੂੰ ਕਦੀ ਅਲੱਗ-ਅਲੱਗ ਨਹੀਂ ਕੀਤਾ ਜਾ ਸਕਦਾ। ਹੁਣ ਮੈਨੂੰ ਲੱਗਦਾ ਹੈ ਇੱਕ ਚੀਜ਼ ਹੋਰ ਸ਼ਾਮਲ ਹੋ ਗਈ ਹੈ, ਜੈ ਜਵਾਨ ਜੈ ਕਿਸਾਨ ਨਾਲ ਜੈ ਨੌਜਵਾਨ। ਸਾਡੇ ਨੌਜਵਾਨਾਂ ਦਾ ਬਹੁਤ ਬਹੁਤ ਥੈਂਕ ਯੂ, ਸਾਡੇ ਸਿੰਗਰਸ ਦਾ, ਸਾਡੇ ਆਰਟਿਸਟਾਂ ਦਾ, ਸਾਡੇ ਬਜ਼ੁਰਗਾਂ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਇੱਕ ਪਲੇਟਫਾਰਮ ਦਿੱਤਾ, ਇੱਕ ਅਸੀਂ ਏਕਤਾ ਸ਼ੋਅ ਕਰ ਪਾਏ ਪੰਜਾਬ ਔਰ ਉਹ ਸਾਰੀਆਂ ਸਟੇਟਸ ਦੇ ਕਿਸਾਨਾਂ ਦਾ ਧੰਨਵਾਦ ਜਿਹੜੇ ਬਾਹਰੋਂ ਆਏ ਆ, ਜਿਨ੍ਹਾਂ ਨੂੰ ਆਉਣ ਦੀ ਇਜਾਜ਼ਤ ਨਹੀਂ ਸੀ ਦਿੱਤੀ ਜਾ ਰਹੀ। ਪਤਾ ਨਹੀਂ ਕਿਸ ਤਰੀਕੇ, ਕਿੰਨੀਆਂ ਮੁਸ਼ਕਲਾਂ ਨਾਲੋਂ ਲੰਘ ਕੇ, ਲੁੱਕ ਛੁਪ ਕੇ ਗੁਜਰਾਤ ਦੇ ਕਿਸਾਨ, ਮਹਾਰਾਸ਼ਟਰ ਦੇ, ਯੂਪੀ ਦੇ, ਰਾਜਸਥਾਨ ਦੇ ਸਾਰੇ ਅੱਜ ਇੱਕ ਮੰਚ ਤੇ ਇਕੱਠੇ ਹੋਏ ਆ। ਸਰਕਾਰਾਂ ਬੇਸ਼ੱਕ ਲੜਾਉਣ ਦੀ ਕੋਸ਼ਿਸ਼ ਕਰ ਲੈਣ, ਲੇਕਿਨ ਇਹ ਨੈਸ਼ਨਲ ਇੰਟੈਗ੍ਰੇਸ਼ਨ ਦੀ ਮਿਸਾਲ ਹੈ। ਇਹ ਅੰਦੋਲਨ ਨਹੀਂ ਹੈ, ਇਹ ਆਪਣੇ ਹੱਕਾਂ ਦੀ ਮੰਗ ਹੈ। ਆਈ ਥਿੰਕ ਆਪਣੇ ਹੱਕ ਲਈ ਹਰ ਬੱਚੇ ਨੂੰ ਵੀ ਭੁੱਖ ਲੱਗੀ ਹੁੰਦੀ ਤੇ ਬੱਚਾ ਰੋਂਦਾ ਹੈ ਤੇ ਮਾਂ ਉਹਨੂੰ ਖਾਣ ਨੂੰ ਦਿੰਦੀ ਹੈ। ਹੁਣ ਜੇ ਜਨਤਾ, ਜੇ ਸਾਡਾ ਰਾਜਾ ਸਾਡੀ ਮੰਗ ਨਹੀਂ ਮੰਨੇਗਾ ਤੇ ਜਨਤਾ ਤੇ ਚਿल्लाएगी ਨਾ ਕਿ ਸਾਨੂੰ ਇਹ ਚੀਜ਼ ਚਾਹੀਦੀ ਹੈ, ਤੇ ਰਾਜੇ ਨੂੰ ਜਨਤਾ ਦੀ ਆਵਾਜ਼ ਸੁਣਨੀ ਚਾਹੀਦੀ ਹੈ। ਨਾਲ ਬੇਟੀ ਵੀ ਨੇ, ਉਹਨਾਂ ਤੋਂ ਵੀ ਇੱਕ ਛੋਟਾ ਜਿਹਾ ਸਵਾਲ ਲੈਂਦੇ ਆ ਕਿ ਤੁਹਾਨੂੰ ਕਿਹੜੀ ਉਰੇ ਜਿਹੜੀ ਖਿੱਚ ਕੇ ਲੈ ਕੇ ਆਈ ਹੈ ਤੇ ਇਸ ਸਾਰੇ ਅੰਦੋਲਨ ਨੂੰ ਕਿਸ ਨਜ਼ਰੀਏ ਦੇ ਨਾਲ ਦੇਖਦੇ? ਮੈਂ ਬਸ ਇਹ ਕਹਿਣਾ ਚਾਹੁੰਦੀ ਕਿ ਬੇਸਿਕ ਆਪਾਂ ਸਾਰੇ ਮਿਲ ਜੁਲ ਕੇ, ਜਿੱਦਾਂ ਪਹਿਲੇ ਆਪਾਂ ਦੇਖਦੇ ਸਿਰਫ ਪੰਜਾਬੀ ਇਕੱਠੇ ਹੋਏ ਸੀ, ਹੁਣ ਤੁਸੀਂ ਦੇਖੋਗੇ ਸਾਰੇ ਮੁਸਲਮਾਨ, ਹਿੰਦੂ, ਸਾਰੇ ਆਪਾਂ ਇਕੱਠੇ ਐਜ਼ ਯੂਨਾਈਟਿਡ, ਜਿੱਦਾਂ ਯੂਨਾਈਟਿਡ ਸਿੱਖ ਦਾ ਨਾਮ ਹੈ, ਇੱਦਾਂ ਯੂਨਾਈਟਿਡ ਆਪਾਂ ਹੋ ਕੇ ਸਾਰੇ ਲੜ ਰਹੇ ਹਾਂ ਇਸ ਪ੍ਰੋਟੈਸਟ 'ਚ। ਸੋ ਆਈ ਥਿੰਕ ਦੈਟਸ ਦ ਮੋਸਟ, you know, I feel proud ਕਿ ਆਪਾਂ ਸਾਰੇ we together in this as one, that's it. ਸੋ ਇਹਨਾਂ ਦੇ ਬੇਟੇ ਵੀ ਨੇ ਘੁੱਗੀ ਸਾਹਿਬ ਦੇ, ਉਹਨਾਂ ਨਾਲ ਵੀ ਗੱਲ ਕਰਦੇ ਆ। ਕੀ ਹਾਲ ਨੇ ਜੀ? ਬੱਚਾ ਵੀ ਹੈ। ਸੇਮ ਸਵਾਲ ਤੁਹਾਡੇ ਤੋਂ, ਤੁਹਾਡਾ ਕੀ ਨਜ਼ਰ? ਇਸ ਅੰਦੋਲਨ 'ਚ ਭਾਈ 3 ਬਾਰਡਰ ਨੇ। ਆਪਾਂ ਪਹਿਲਾਂ ਸਿੰਘੂ ਬਾਰਡਰ ਤੇ ਰੁਕੇ ਹੋਏ ਸੀ, ਫਿਰ ਆਪਾਂ ਅੱਜ ਗਾਜ਼ੀਆਬਾਦ ਬਾਰਡਰ ਤੇ ਹੈਗੇ ਆ। ਤੇ ਇੱਕ ਚੀਜ਼ ਹੀ ਸਭ ਤੋਂ ਜ਼ਿਆਦਾ ਦੇਖਣ ਨੂੰ ਮਿਲੀ ਵੀ ਸਮਰਥਨ ਜਿਹੜਾ ਹੈ, ਇਕਜੁੱਟਤਾ ਜਿਹੜੀ ਆ, ਉਹ ਮਤਲਬ ਬਹੁਤ ਹੀ ਉਤਲੇ ਲੈਵਲ ਦੀ ਆ। ਇੱਦਾਂ ਮਤਲਬ ਅੰਦੋਲਨ ਹੁੰਦੇ ਆ, ਲੋਕਾਂ ਦੇਖੇ ਆਪਾਂ ਹੈ ਨਾ ਕਿੱਦਾਂ ਹੁੰਦੇ ਆ, ਗੰਦੇ ਹੁੰਦੇ ਅੰਦੋਲਨ। ਇੱਥੇ ਸਮਰਥਨ ਤੇ ਸਮਝਦਾਰੀ ਨਾਲ ਜਿਹੜੇ ਕੰਮ ਹੋ ਰਹੇ ਆ, ਮਤਲਬ ਬਹੁਤ ਹੀ ਖੁਸ਼ੀ ਹੁੰਦੀ ਹੈ। ਨਾਲ ਖੂਨ ਵੀ ਹੁੰਦਾ ਵੀ ਬੰਦਾ ਹੋਰ ਅੱਗੇ ਆਈਏ, ਆਪਾਂ ਸਾਡੇ ਵਰਗੇ ਲੋਕ ਹੋਰ ਕਿਉਂ ਨਹੀਂ ਆ ਰਹੇ, ਘਰ ਕਿਉਂ ਬੈਠੇ ਨੇ। ਸਭ ਤੋਂ ਵੱਡੀ ਗੱਲ ਹੈ ਵੀ ਜਿਹੜੇ ਅੰਦਰੋਂ ਸਪੋਰਟ ਕਰ ਸਕਦੇ ਹੋ, ਇੱਥੇ ਕਿਉਂ ਨਹੀਂ ਆ ਸਕਦੇ। ਸਭ ਨੂੰ ਇੱਥੇ ਆ ਕੇ ਆਪਣੇ ਨਾਲ ਆਪਣੇ ਹੱਕ ਸੱਚ ਦੀ ਲੜਾਈ ਲੜਨੀ ਚਾਹੀਦੀ ਹੈ ਮੇਰੇ ਹਿਸਾਬ ਨਾਲ। कहना चाहूँगी, मेरी जनता ਨੂੰ अपील है, मेरी दिली ख्वाहिश है, मैं मेरी आवाज़ अगर हर घर तक पहुँच सके तो प्लीज़, अगर तुसी किसान दे नाल हो, रोटी खांदे हो, उस किसान दी पैदा कीती हुई, अगर उन्होंने प्यार करते हो तो अपने घर दे बाहर अपना प्यार शो करो किसान प्रति। अपना झंडा अपनी गड्डी ते लगाओ, अपनी डीपी ते किसान दी डीपी लगाओ, या अपनी गड्डियां ते झंडे लाओ, ताकि जनता नू पता लगे कि तुसी नाल हो। घर बैठे असी नाल हाँ, लेकिन महसूस कितना करे साडे किसानां नू साडे ते मान होना चाहिए कि ਸਾਡੇ ਮਗਰ ਸਾਨੂੰ ਪਿਆਰ ਕਰਨ ਵਾਲੀ ਇੰਨੀ ਜਨਤਾ, ਆਪਣਾ ਪਿਆਰ ਦਿਖਾਓ। ਮੁੜ ਘੁੱਗੀ ਸਾਹਿਬ ਕੋਲੇ ਸਵਾਲ ਲੈਂਦੇ ਆ। ਸਰ, ਤੁਸੀਂ ਪਿਛਲੇ ਲੰਮੇ ਸਮੇਂ ਤੋਂ ਥੀਏਟਰ ਦੇ ਨਾਲ, ਸਿਨੇਮੇ ਦੇ ਨਾਲ ਜੁੜੇ ਹੋ। ਜੇ ਮੈਂ ਬਾਲੀਵੁੱਡ ਸਿਨੇਮੇ ਦੀ ਗੱਲ ਕਰਾਂ, ਉੜਤਾ ਪੰਜਾਬ ਵਰਗੇ ਟੈਗ ਜਿਹੜੇ ਪੰਜਾਬ ਦੇ ਸਿਰ ਮੜੇ ਗਏ ਨੇ, ਜਾਂ ਹੋਰ ਪੰਜਾਬ ਦੇ ਨੌਜਵਾਨੀ ਨੂੰ ਅੱਜ ਤੱਕ ਸਵਾਲ ਉੱਠੇ ਨੇ। ਤੇ ਨਾਲ ਦੀ ਨਾਲ ਜੇ ਮੈਂ ਗੱਲ ਕਰਾਂ ਪੰਜਾਬ ਦੇ ਸੱਭਿਆਚਾਰ ਦੀ, ਤਾਂ ਪੰਜਾਬ ਦਾ ਸੱਭਿਆਚਾਰ ਵੀ ਇਸ ਅੰਦੋਲਨ ਨੂੰ ਲੈ ਕੇ ਜਾਗਿਆ ਹੈ। ਸੋਚ ਨੂੰ, ਲੋਕਾਂ ਦੇ, ਆਵਾਮ ਨੂੰ, ਯੂਥ ਦੀ ਸੋਚ ਨੂੰ ਵੀ ਜਾਗ ਲੱਗੀ ਹੈ ਤੇ ਇੱਕ ਚੰਗਾ ਮੈਸੇਜ ਆ ਰਿਹਾ। ਬਿਲਕੁਲ ਜੀ, ਦੇਖੋ ਉੜਤਾ ਪੰਜਾਬ ਜ਼ਰੂਰ ਮੈਂ ਸਮਝਦਾ ਕਿ ਉਸ ਵੇਲੇ ਦੀਆਂ ਪ੍ਰਸਥਿਤੀਆਂ ਜੋ ਪਿੱਛੇ ਦਿਖਾਈ ਦੇ ਰਹੀਆਂ ਸੀ ਉਹਦੇ ਤੇ ਬਣਿਆ ਹੋਏਗਾ, ਪਰ ਉਹ ਅੱਜ ਕਿੱਡਾ ਵੱਡਾ ਇੱਕ ਝੂਠ ਸਾਬਤ ਹੋਇਆ ਉਹ, ਜਦੋਂ ਹੁਣ ਲੋਕਾਂ ਨੇ ਚੜ੍ਹਦਾ ਪੰਜਾਬ ਵੀ ਦੇਖ ਲਿਆ। उड़ता पंजाब तो देख लिया था, अब उठता पंजाब भी देख लिया लोगों ने, क्योंकि सिचुएशन ही पहली बार आई है यूथ को सामने आके अपनी हकीकत रखने की। क्योंकि उसी यूथ की बात हो रही थी जो भटक गया था, जो यूथ अभी भी अपने कायदे पे खड़ा था, जो अपनी ज़मीर पे अड़ा था, वो सामने नहीं आ रहा था। वो शांति से अपना पढ़ रहा था, काम कर रहा था, जो काम में बिजी, जो पंजाबी च मैं गल कर जिथे जिथे बिजी सी उत्थे बिजी सी। पर जदों अज अणख ते गल आई है ना
ਤੇ ਅੱਜ ਫਿਰ ਯੂਥ ਘਰੋਂ ਬਾਹਰ ਨਿਕਲਿਆ, ਮਾਵਾਂ ਨੇ ਪੁੱਤ ਤੋਰ ਕੇ ਭੇਜੇ ਨੇ। ਅੱਜ ਮੈਨੂੰ ਬਾਬੂ ਰਜਬ ਅਲੀ ਦੀਆਂ ਲਾਈਨਾਂ ਯਾਦ ਆ ਗਈਆਂ ਕਿ ਮਾਂ ਦਿਓ ਮੱਖਣੀ ਖਾਣੇ ਹੋਵੇ, ਸੂਰਮਿਓ ਪੁੱਤਰੋ ਚਬਾਰਿਓ ਉਤਰੋ, ਫਰਕ ਦੇ ਡੌਲੇ ਢਾਹ ਦਿਓ ਕੋਲੇ ਜਵਾਨੀ ਚੜ੍ਹ ਗਈ। ਸੋ ਜਵਾਨੀ ਕਿਸੇ ਕੰਮ ਨੂੰ ਚੜੀ ਹੁੰਦੀ ਹੈ। ਜਵਾਨੀ ਸਿਰਫ ਇਹ ਥੋੜਾ ਵੀ ਇੱਧਰ ਉੱਧਰ ਘੁੰਮ ਲਿਆ ਤੇ ਤੁਸੀਂ ਸੈਰ ਸਪਾਟਾ ਕਰ ਲਿਆ ਤੇ ਜਵਾਨੀ ਪੂਰੀ ਹੋ ਗਈ ਤੁਹਾਡੀ, ਨਹੀਂ। ਅੱਜ ਜਿਹੜੀ ਪੰਜਾਬ ਦੀ ਜਵਾਨੀ ਹੈ ਉਹ ਆਪਣੇ ਬਜ਼ੁਰਗਾਂ ਦੇ ਅੱਗੇ ਆ ਕੇ ਖੜੀ ਹੋਈ ਹੈ ਕਿ ਬਾਪੂ ਜੀ ਤੁਸੀਂ ਸਾਨੂੰ ਦੱਸੀ ਜਾਓ ਕਰਨਾ ਕੀ ਕਰਾਂਗੇ ਅਸੀਂ। ਲੱਗਦਾ ਹੈ ਕ੍ਰਾਂਤੀ ਆਊਗੀ ਇਸ ਅੰਦੋਲਨ ਤੋਂ ਬਾਅਦ, ਜਿੱਥੇ ਭਗਤ ਸਿੰਘ ਹੋਰਾਂ ਨੇ ਪੰਨਾ ਮੋੜਿਆ ਸੀ ਉੱਥੋਂ ਬਾਅਦ ਮੁੜ ਜਿਹੜੀ ਉਹ ਸ਼ੁਰੂ ਹੋ ਜੂਗੀ। ਮੈਂ ਉਦੋਂ ਤੁਹਾਡੇ ਚੈਨਲ ਤੇ ਦੱਸਿਆ ਸੀ ਕਿ ਭਗਤ ਸਿੰਘ ਹੁਣੀ ਕਿਤਾਬ ਦਾ ਪੰਨਾ ਇਸ ਕਰਕੇ ਮੋੜ ਕੇ ਗਏ ਸੀ, ਉਹਨਾਂ ਨੂੰ ਪਤਾ ਸੀ ਮੈਂ ਨਹੀਂ ਦੁਬਾਰਾ ਮੁੜ ਕੇ ਆਉਣਾ। ਉਸ ਜਦੋਂ ਕੋਠੜੀ 'ਚੋਂ ਬਾਹਰ ਨਿਕਲਿਆ ਉਹ ਸਿਰਫ ਜਾਣ ਦਾ ਰਸਤਾ ਹੀ ਸੀ, ਵਾਪਸੀ ਦਾ ਰਸਤਾ ਨਹੀਂ ਸੀ, ਕਿਉਂਕਿ ਪਤਾ ਸੀ ਮੈਂ ਟੰਗਿਆ ਜਾਣਾ ਇਸ ਤੋਂ ਬਾਅਦ ਫਾਂਸੀ ਦੇ ਫੰਦੇ ਤੇ। ਪਰ ਉਹਨਾਂ ਨੂੰ ਪਤਾ ਸੀ ਪੰਨਾ ਮੋੜਨ ਦੇ ਮਗਰ ਲੌਜਿਕ ਕੀ ਸੀਗਾ ਵੀ ਇੱਥੋਂ ਅੱਗੋਂ ਮੇਰੇ ਭਗਤ ਸਿੰਘ ਜਿਹੜੇ ਨੇ ਉਹ ਪੜ੍ਹਨਗੇ, ਅੱਗੋਂ ਮੇਰੇ ਬੱਚੇ, ਮੇਰੇ ਨੌਜਵਾਨ ਦੋਸਤ ਵੀਰ ਉਹ ਪੜ੍ਹਨਗੇ। ਔਰ ਉਹ ਯੂਥ ਨੇ ਪੜ੍ਹਿਆ, ਔਰ ਉਹ ਯੂਥ ਪੜ੍ਹ ਕੇ ਆਪਣੇ ਅੰਦਰ ਸਮਾ ਕੇ ਬੈਠਾ ਹੋਇਆ ਸੀ ਕਿ ਲੋੜ ਪੈਣ 'ਤੇ ਬਾਹਰ ਕੱਢਾਂਗੇ। ਔਰ ਮੈਂ ਯੂਥ ਨੂੰ ਐਪਰੀਸ਼ੀਏਟ ਕਰਦਾ ਕਿ ਅਸੀਂ 3 ਮਹੀਨੇ ਹੋ ਗਏ ਸੰਘਰਸ਼ ਚੱਲਦੇ ਨੂੰ, ਕੋਈ ਹੁੱਲੜਬਾਜ਼ੀ ਨਹੀਂ, ਹੁੜਦੰਗ ਨਹੀਂ ਹੈ। ਇਹੀ ਤਾਂ ਭਗਤ ਸਿੰਘ ਦਾ ਸੁਨੇਹਾ ਸੀ ਕਿ ਸਿਰਫ ਕੰਨ ਖੋਲੋ, ਆਵਾਜ਼ ਪਹੁੰਚਾਓ। ਉਹਨ ਭਗਤ ਸਿੰਘ ਦੀ ਆਈਡੀਓਲੋਜੀ ਸੀ ਕਿ ਤੁਸੀਂ ਕਲਮ ਦੀ ਮਾਰ ਮਾਰੋ। ਭਗਤ ਸਿੰਘ 23 ਸਾਲ 7 ਮਹੀਨੇ ਦੀ ਉਮਰ 'ਚ ਸ਼ਹੀਦ ਹੋ ਗਏ, ਪਰ ਉਹਨਾਂ ਨੇ ਅਖਬਾਰਾਂ ਵੀ ਕੱਢੀਆਂ, ਕਿਤਾਬਾਂ ਵੀ ਲਿਖੀਆਂ। ਉਹਨਾਂ ਵਰਗੀ ਅੰਗਰੇਜ਼ੀ ਤੇ ਉਹਨਾਂ ਵਰਗੀ ਹੈਂਡ ਰਾਈਟਿੰਗ ਜੇ ਅੱਜ ਵੀ ਕਿਸੇ ਬੱਚੇ ਦੀ ਹੋਵੇ ਤਾਂ ਮੈਨੂੰ ਦੱਸ ਦਿਓ ਤੁਸੀਂ। ਉਹਨੇ ਸਾਨੂੰ ਸੰਘਰਸ਼ ਦਾ ਰਸਤਾ ਦੱਸਿਆ ਕਲਮ ਦੇ ਨਾਲ, ਕਲਮ ਦੇ ਵਿੱਚੋਂ ਹੋ ਕੇ। ਕਹਿੰਦਾ ਕੋਈ ਵੀ ਕਾਮਯਾਬੀ ਹੈ ਕਲਮ ਦੇ ਵਿੱਚੋਂ ਹੋ ਕੇ ਗੁਜ਼ਰਦੀ ਹੈ, ਕਿਉਂਕਿ ਸਾਡੇ ਮਹਾਰਾਜ ਨੇ ਵੀ ਇਹੀ ਸੰਦੇਸ਼ ਦਿੱਤਾ ਸੀ ਕਿ ਸਭ ਤੋਂ ਪਹਿਲਾਂ ਉਹ ਹਰ ਹੀਲਾ ਵਰਤੋ ਜਿਹਦੇ ਨਾਲ ਤੁਹਾਡਾ ਜਿਹੜੇ ਤੁਸੀਂ ਆਪਣੇ ਹੱਕ ਤੱਕ ਪਹੁੰਚ ਸਕੋ। ਇਹ ਸ਼ਮਸ਼ੀਰ ਤਾਂ ਬਹੁਤ ਬਾਅਦ ਦੀ ਗੱਲ ਹੈ, ਸਭ ਤੋਂ ਅਖੀਰ ਤੇ ਉਠਾਉਣੀ ਪੈਂਦੀ ਹੈ। ਅੱਜ ਯੂਥ ਜਿਹੜਾ ਸਾਡਾ ਉਸੇ ਨਿਮਰਤਾ ਦੇ ਨਾਲ, ਉਸੇ ਠਰਮੇ ਦੇ ਨਾਲ, ਅਕੀਦਤ ਦੇ ਨਾਲ ਇਸ ਸੰਘਰਸ਼ ਦੇ ਵਿੱਚ ਆਪਣੀ ਲੜਾਈ ਲੜ ਰਿਹਾ। ਔਰ ਅੱਜ ਸੰਸਾਰ ਦੇ ਵਿੱਚ ਮਿਸਾਲ ਬਣ ਰਿਹਾ ਕਿ ਕਿਵੇਂ ਅਦਬ ਦੇ ਨਾਲ ਵੀ ਸੰਘਰਸ਼ ਲੜੇ ਜਾਂਦੇ ਨੇ। ਇਹਦੇ ਨਾਲ ਜੁੜਦਾ ਇੱਕ ਹੋਰ ਕੁਐਸਚਨ, ਕੀ ਲੱਗਦਾ ਹੈ ਕਿ ਆਉਣ ਵਾਲੀ ਜਿਹੜੀ ਸਾਡੀ ਨੌਜਵਾਨੀ ਆ, ਸਾਡੇ ਵਰਗੇ ਲੋਕ ਨੇ, ਸਾਡੀ ਪੀੜ੍ਹੀ ਹੈ, ਉਹਨਾਂ ਦਾ ਆਉਣ ਵਾਲਾ ਜਿਹੜਾ ਕਿਸਾਨੀ ਦੇ ਖੇਤਰ ਦੇ ਵਿੱਚ ਭਵਿੱਖ ਕੀ ਹੋਊ? ਮੈਂ ਕਹਿੰਦਾ ਜੀ ਬਹੁਤ ਬ੍ਰਾਈਟ ਹੋਏਗਾ, ਕਿਉਂਕਿ ਕਿਸਾਨੀ ਇੱਕ ਮੈਗਨੇਟ ਬਣ ਗਈ ਹੁਣ। ਜਿਹੜੇ ਬੱਚੇ ਕਿਸਾਨੀ ਤੋਂ ਮੁੜਦੇ ਜਾ ਰਹੇ ਸੀ ਅੱਜ ਉਹਨਾਂ ਨੂੰ ਆਪਣੀ ਕਿਸਾਨੀ ਤੇ ਆਪਣੇ ਹਲਾਂ ਤੇ ਫਾਲਿਆਂ ਤੇ ਟਰੈਕਟਰਾਂ ਤੇ ਅੱਜ ਸੁਹਾਗਿਆਂ ਤੇ ਅੱਜ ਫੇਰ ਬੰਬੀਆਂ ਮੋਟਰਾਂ ਤੇ ਮਾਣ ਹੋਣ ਲੱਗ ਪਿਆ। ਉਹਨਾਂ ਨੂੰ ਆਪਣੀ ਉਪਜ ਦੇ ਗੱਲ ਪਤਾ ਲੱਗੀ ਹੈ, ਉਹਨਾਂ ਨੂੰ ਸਗੋਂ ਬਿਜ਼ਨਸ ਦੇ ਟ੍ਰੇਡਸ ਸਮਝ ਆਉਣ ਲੱਗ ਪਏ ਨੇ। ਉਹਨਾਂ ਦੇ ਅੰਦਰ ਲੱਛਣ ਪੈਦਾ ਹੋ ਰਹੇ ਨੇ ਕਿ ਅੱਛਾ ਵੀ ਖੇਤੀਬਾੜੀ ਨੂੰ ਅਸੀਂ ਕਿਵੇਂ ਮਾਰਕੀਟ ਕਰਨਾ, ਕਿਵੇਂ ਅੱਗੇ ਤੱਕ ਲੈ ਜਾਣਾ, ਕਿੱਥੇ ਸਾਡੇ ਨਾਲ ਧੱਕਾ ਹੋ ਰਿਹਾ, ਕਿੱਥੇ ਸਾਡੇ ਹੱਕ ਦੀ ਗੱਲ ਹੈ। ਉਹ ਸਾਰੀ ਗੱਲ ਉਹਨੂੰ ਸਮਝ ਆ ਰਹੀ, ਵਰਨਾ ਉਹਨਾਂ ਨੇ ਬਜ਼ੁਰਗਾਂ ਕੋਲ ਬਹਿ ਕੇ ਸ਼ਾਇਦ ਸਮਝਣੀ ਨਹੀਂ ਸੀ ਗੱਲ। ਅੱਜ ਸਮਝ ਆ ਰਹੀ ਉਹਨਾਂ ਨੂੰ। ਬੱਚੇ ਡੈਫੀਨੇਟਲੀ ਕਿਸਾਨੀ ਨਾਲ ਜੁੜਨਗੇ ਔਰ ਵਧੀਆ ਤਰੀਕੇ ਨਾਲ ਜਿਹੜੀ ਹੈ ਕਿਸਾਨੀ ਪੰਜਾਬ ਦੀ ਹੁਣ ਅੱਗੇ ਵਧੇਗੀ। ਸੋ ਇਸ ਦੇ ਨਾਲ ਨਾਲ ਮੈਂ ਤੁਹਾਨੂੰ ਦੱਸ ਦੇਵਾਂ ਕਿ ਇੱਕ ਕਿਸਾਨ ਵਜੋਂ ਤਾਂ ਇੱਥੇ ਪਹੁੰਚੇ ਹੀ ਨੇ, ਨਾਲ ਦੀ ਨਾਲ ਯੂਨਾਈਟਿਡ ਸਿੱਖ ਦੇ ਜਿਹੜੇ ਇੱਕ ਸੇਵਾਦਾਰ ਦੇ ਵਜੋਂ ਵੀ ਇੱਥੇ ਪਹੁੰਚੇ ਨੇ, ਉਹਦੇ ਬਾਰੇ ਵੀ ਥੋੜਾ ਦੱਸ। ਬਿਲਕੁਲ ਜੀ, ਮੈਂ ਜੁੜਿਆ ਹੋਇਆ ਜਿੱਥੇ ਵੀ। ਜਦੋਂ ਕੋਵਿਡ ਦੇ ਵਿੱਚ ਵੀ ਮੈਂ ਕਈ ਥਾਵਾਂ ਤੇ ਆਪ ਗਿਆ ਜੀ, ਜਿੱਥੇ ਜਾ ਕੇ ਜਦੋਂ ਹੜ੍ਹ ਆਏ ਸੀ ਪਿੱਛੇ ਜੇ, ਉਦੋਂ ਜਿੱਥੇ ਹੜ੍ਹ ਮਾਰੇ ਏਰੀਏ ਦੇ ਵਿੱਚ ਜਾ ਕੇ ਅਸੀਂ ਖਾਦਾਂ ਵੀ ਵੰਡੀਆਂ, ਮੈਂ ਆਪ ਨਾਲ ਜਾ ਕੇ ਵੰਡੀਆਂ ਜੀ, ਬੀਜ ਵੀ ਵੰਡੇ ਸੀ। ਜੋ ਜਿੱਥੇ ਲੋੜ ਪਈ, ਜਿੱਥੇ ਹੜ੍ਹ ਦੀ ਮਾਰ ਬਹੁਤ ਬੁਰੀ ਸੀ, ਉੱਥੇ ਜਾ ਕੇ ਅਸੀਂ ਮੈਡੀਕਲ ਕੈਂਪ ਦੇ ਵਿੱਚ ਵੀ ਮੈਂ ਸ਼ਮੂਲੀਅਤ ਕੀਤੀ। ਇੱਦਾਂ ਹੀ ਕੋਵਿਡ ਦੇ ਵਿੱਚ ਕਈ ਥਾਵਾਂ 'ਤੇ ਲੋਕਾਂ ਤੱਕ ਰਾਸ਼ਨ ਪਹੁੰਚਾਉਣਾ, ਲੋਕਾਂ ਤੱਕ ਮੈਡੀਕਲ ਸਹੂਲਤਾਂ ਪਹੁੰਚਾਉਣੀਆਂ, ਉਹ ਵੀ ਕੰਮ ਕਰਦੇ ਰਹੇ ਹਾਂ ਜੀ। ਅੱਜ ਕਿੱਥੇ ਕਿਸਾਨੀ ਨੂੰ ਲੋੜ ਹੈ, ਐਜ਼ ਯੂਨਾਈਟਿਡ ਸਿੱਖ ਦੇ ਸੇਵਾਦਾਰ ਵਜੋਂ ਵੀ ਮੈਂ ਕੰਮ ਕਰ ਰਿਹਾ ਜੀ। ਸੋ ਅਸੀਂ ਤਾਂ ਹਮੇਸ਼ਾ ਹੀ ਜਿੱਥੇ ਕਿਤੇ ਜ਼ਰੂਰਤ ਪਏਗੀ ਮਾਨਵਤਾ ਨੂੰ, ਯੂਨਾਈਟਿਡ ਸਿੱਖ ਦੇ ਸੇਵਾਦਾਰ ਵਜੋਂ ਤਾਂ ਮੈਂ ਉੱਥੇ ਪਹੁੰਚਾਂਗਾ ਹੀ। ਪਰ ਇੱਥੇ ਕਿਸਾਨੀ ਸਾਡਾ ਆਪਣਾ ਘਰ ਦਾ ਮੁੱਦਾ ਵੀ ਹੈ, ਅੰਦਰੂਨੀ ਮੁੱਦਾ ਵੀ ਹੈ। ਸੋ ਮੇਰਾ ਜੁੜਾਵ ਇੱਥੇ ਡਬਲ ਹੈ। ਔਰ ਤੀਜੇ ਤਰੀਕੇ ਨਾਲ ਵੀ ਸਮਝ ਲਓ, ਆਹ ਦੇਖੋ ਸਾਡੇ ਭੂਤਪੂਰਵ ਕਿਸਾਨ ਜਿਹੜੇ ਸਾਡੇ ਜਵਾਨ ਨੇ, ਸਾਡੇ ਫੌਜੀ, ਜਿਨ੍ਹਾਂ ਦੇ ਉੱਤੇ ਦੇਸ਼ ਨੂੰ ਹਮੇਸ਼ਾ ਮਾਣ ਹੁੰਦਾ, ਅੱਜ ਉਹ ਵੀ ਇਸ ਸੰਘਰਸ਼ ਦਾ ਹਿੱਸਾ ਬਣੇ ਨੇ। ਔਰ ਮੈਨੂੰ ਵੀ ਮਾਣ ਹੈ ਕਿ ਮੈਂ ਵੀ ਇੱਕ ਐਕਸ ਆਰਮੀ ਪਰਸਨ ਦਾ ਬੇਟਾ ਵਾਂ। ਮੇਰੇ ਫਾਦਰ ਸਾਹਿਬ ਨੇ ਵੀ 3 ਲੜਾਈਆਂ ਲੜੀਆਂ ਇਸ ਦੇਸ਼ ਵਾਸਤੇ, 62, 65 ਤੇ 71 ਦੀਆਂ। ਤੇ ਮੈਨੂੰ ਅੱਜ ਇਹ ਵੀ ਖੁਸ਼ੀ ਹੈ ਕਿ ਅੱਜ ਜਵਾਨ, ਕਿਸਾਨ ਤੇ ਮਜ਼ਦੂਰ ਸਾਰੇ ਇੱਕ ਮੰਚ ਤੇ ਇਕੱਠੇ ਨੇ ਜੀ। ਆਖਰੀ ਗੱਲ ਹੈ, ਮੋਦੀ ਸਰਕਾਰ ਤੇ ਕਿਸਾਨਾਂ ਨੂੰ ਕੀ ਅਪੀਲ ਕਰੋ? ਮੈਂ ਇਹੀ ਬੇਨਤੀ ਕਰਾਂਗਾ ਜੀ, ਸਭ ਤੋਂ ਪਹਿਲੀ ਤਾਂ ਮੋਦੀ ਸਰਕਾਰ ਨੂੰ ਹੀ ਕਰਨੀ ਬਣਦੀ, ਕਿਉਂਕਿ ਮੋਦੀ ਸਰਕਾਰ ਨੇ बिना सलाह मशवरा किए, वो तो कहेंगे हमने बहुत मशवरे किए, बहुत मीटिंग्स की, बहुत बैठकें की, लेकिन किन के साथ की ये नहीं पता है ना। तो उनके साथ आपने कहाँ बैठ के क्या मीटिंग कर ली, उसका हमें कोई फ़ायदा नहीं है। किसान से नहीं पूछा गया, किसान जथेबंदियों से नहीं पूछा गया, पॉलिटिकल लोग ये कहा जा सकता है कि हमने तो पंजाब से भी सरकार के नुमाइंदे बुलाए थे,
हमने तो हरियाणा से भी सरकारी, वो तो सरकारी नुमाइंदे हैं, उनको किसान से क्या लेना देना। ये कानून किसान के लिए बन रहा है, पॉलिटिकल लोग बैठ के फैसला कैसे कर सकते हैं, चाहे वो हर स्टेट से ही आए हों, उसकी कोई अहमियत नहीं है। मैं ये बेनती करूँगा सरकार को कि किसान, यकीन रखिए, भगवान की कसम, खुदा की कसम, रब की कसम, वाहिगुरू दी सौं, किसान हक सच की लड़ाई लड़ रहा है। हथ जोड़ के बेनती है मोदी साहब, इज्जत रखो किसान दी। किसान इस देश का भगवान है, अन्नदाता है, वो एवें नहीं 0 डिग्री ते सड़कों के उत्ते बैठा होया। मेरी रिक्वेस्ट है कि किसान नूं इज्जत और एहतराम दे नाल उहदी गल मन के एक कानून जिहड़े ने रद्द करके तो उन्होंने घर भेजो, तुहाडा कद इहदे च वड्डा होएगा, तुहानूं कोई छोटा नहीं गिनेगा, तुहानूं कोई माड़ा नहीं कहेगा, आपको कोई ये नहीं कहेगा कि देखा मोदी साहब को मानना पड़ गया। नहीं, आपकी फराख दिली नज़र आएगी कि आप हुकूमत में होते हुए भी जब सख्ती भी अपना सकते थे, लेकिन आपने किसान को इज्जत दी है, इसका आपको फ़ायदा होगा। ये मेरी बात आप नोट कर लीजिए। ਕਿਉਂਕਿ ਸਾਹਿਬ ਮੈਂ ਸ਼ੁਰੂਆਤ ਚ दूसरी ਕਿਹਾ ਸੀ जुबान भी हर बड़ी एक अच्छी पहलू बोल से लेते हैं। जबरदस्त था। ਪਰ ਹੁਣ ਸਾਨੂੰ ਕਮੈਂਟ ਦੇ ਵਿੱਚ ਸ਼ਿਕਾਇਤਾਂ ਆਣਗੀਆਂ ਕਿ ਘੁੱਗੀ ਸਾਹਿਬ ਨੇ ਘੁੱਗੀ ਵਾਲੇ ਅੰਦਾਜ਼ ਦੇ ਵਿੱਚ ਕੁਝ ਸੰਬੋਧਨ ਨਹੀਂ ਕੀਤਾ। नहीं सर, वो मैं स्टेज ते 2-4 गल्लां सुनाइयां, लेकिन कॉमेडी का तुहानूं टाइम ही नहीं है ना सर, अंदर सीरीयसनेस इन्नी है, ਜ਼ਬਰਦਸਤੀ कॉमेडी मेरे ਕੋਲੋਂ ਇਸ ਵੇਲੇ ਹੋਣੀ ਨਹੀਂ। ਮੇਰੀ ਗੱਲ ਨੂੰ ਬਸ ਸੀਰੀਅਸਲੀ ਲਓ ਕਿ ਆਪਾਂ ਇਸ ਸੰਘਰਸ਼ ਦੇ ਵਿੱਚ ਸਾਰਿਆਂ ਨੇ ਇਕੱਠੇ ਰਹਿਣਾ, ਔਰ ਕਿਸਾਨ ਜਦ ਤੱਕ ਖੁਸ਼ੀ ਘਰ ਨਹੀਂ ਜਾਂਦਾ, ਅਸੀਂ ਆਪਣੇ ਘਰਾਂ 'ਚ ਖੁਸ਼ੀ ਨਹੀਂ ਬੈਠ ਸਕਦੇ। ਹਾਲਾਂਕਿ ਮੌਕਾ ਸੀਗਾ, ਹੁਣ 31 ਦਸੰਬਰ ਦੀ ਰਾਤ ਹੈ ਔਰ 4 ਘੰਟਿਆਂ ਬਾਅਦ ਨਵਾਂ ਸਾਲ ਚੜ੍ਹ ਜਾਣਾ ਹੈ। मैं चाहता तो मुबारक भी दे सकता ਤੁਹਾਨੂੰ ਵੀ 2021 ਚੜ੍ਹਨ ਵਾਲਾ ਹੈ, ਪਰ ਨਹੀਂ, ਮੁਬਾਰਕ ਦੇਣ ਨੂੰ ਮੇਰੇ ਕੋਲ ਸ਼ਬਦ ਨਹੀਂ ਹੈ, ਕਿਉਂਕਿ ਕੋਵਿਡ ਨੇ ਪਹਿਲੋਂ ਲੱਕ ਤੋੜਿਆ ਸਾਡਾ, ਉਸ ਤੋਂ ਬਾਅਦ ਤਾਂ ਅਦਮੋਏ ਕਰਤਾ ਹੁਣ ਕਿਸਾਨੀ ਜਬਰ ਜੋ ਕਿਸਾਨ ਦੇ ਉੱਤੇ ਹੋਇਆ। ਜਦ ਤੱਕ ਕਿਸਾਨ ਖੁਸ਼ ਨਹੀਂ ਹੈ, ਉਦੋਂ ਤੱਕ ਕੋਈ ਮੁਬਾਰਕਬਾਦ ਨਹੀਂ ਹੈ। ਸੋ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਘੁੱਗੀ ਸਾਹਿਬ ਵੱਲੋਂ ਹਰ ਇੱਕ ਪਹਿਲੂ ਤੇ ਆਪਣਾ ਵਿਸਥਾਰਪੂਰਵਕ ਵਿਚਾਰ ਰੱਖੇ ਗਏ ਨੇ ਤੇ ਇਹਨਾਂ ਦਾ ਨਾਲ ਦੀ ਨਾਲ ਇਹ ਵੀ ਕਹਿਣਾ यार है कि हमेशा बहुत मजा आता है वैसे इतनी इनकी अच्छी बातें बातें सुनने का। करते हाँ। हैं, मतलब पढ़ा लिखा हो, जीनियस बंदा हो तो उसकी बातें भी हम्म। अच्छी होती है, जाहिर है। लफ्जों का इस्तेमाल बड़ा अच्छा हाँ। होता है, बड़ा प्रिसाइज होता है। ये बड़ा इधर उधर की कौन है। सी बात हाँ। कहाँ करनी है, हम्म। कैसे करनी है, कब करनी है, तो ये तो एक हुनर होता है ना, फन होता है। और उन्होंने जितनी भी बातें भी की हैं, सारे पॉइंट्स ही उनके बड़े मज़ेदार थे। एक तो वो कि लाइफस्टाइल जो है, वो कहते हैं जी लाइफस्टाइल तो हर जगह है, हर बंदे का नजर आता है। बाद लोगों हमने झुग्गियाँ देखी हैं जो उन्होंने बड़ी सजा संवार के अपने स्टाइल से रखी, क्योंकि रिक्शे वाले देखे हैं उन्होंने अपने रिक्शों को नया, साइकिल वाले देखे उन्होंने अपनी साइकिल को एक अपने स्टाइल से बनाया होता है, मतलब शीशे लगाए होते हैं अलग-अलग। खूबसूरत से वो अपना एक नया ढंग अपना वो लेके आते हैं। तो ये बाकी लाइफस्टाइल के लिए ज़रूरी तो नहीं है कि आप बड़ी बड़ी गाड़ियाँ लेके जाए, मोबाइल हो या कोई बड़े सब बंगलों में हो और जो है बड़े ब्रांड्स पहने हो आपने, तो ये एक बात बड़ी ज़बरदस्त थी। दूसरा वो उन्होंने भगत सिंह की बात की है। भगत सिंह किताब पढ़ रहे थे जब, लेनन की किताब थी शायद, जिस टाइम पे उन्हें पसंद थे, तो उन्होंने कहा था कि मैं किताब मुकम्मल करके तो फिर जाऊंगा, लेकिन वो पहले लेने आ गए फांसी के लिए, एक दिन पहले उनके लिए हुक्म हो गया था, तो उन्होंने उसका सफ़ा मोड़ दिया था वहाँ से। तो वो सफ़ा जाहिर है उन्होंने दोबारा तो नहीं आना था पढ़ने के लिए, लेकिन वो एक मैसेज था कि अब इससे आगे आप पढ़ो, मेरे पीछे जो रह गए हैं उन्हें अब पढ़ के तो उस पर अमल करना चाहिए। ये बड़ी ज़बरदस्त बात है कि भी बंदा कर सकता है जिसको हिस्ट्री का भी पता हो और जो खुद भी पढ़ा लिखा हो। तो इनकी फिल्मों से ही हमें अंदाज़ा होता है, जब हम इनकी फिल्में देखते हैं तो ये अपने अलग ढंग से नज़र आते हैं, अपना एक अलग इनका एक अपना स्टाइल है, इनके अपने इनकी ड्रेसिंग से लेके इनकी गुफ्तगू, इनका डायलॉग डिलीवरी, किरदार जिस तरह मर्जी का हो, चाहे हाँ, वो जितना मर्जी रखें, यानी उसको चाहे मज़ाहिया कर दें या जैसा मर्जी यानी कि रखें, उसको एक मेयार रखा हुआ उन्होंने, वो कायम रहता एक है। अपना स्टैंडर्ड जो है वो उनका मुझे तो वो बात भी बड़ी अच्छी लगी, वो जो उन्होंने कहा है कि किसानी और जिम्मेदारी जो एक यानी कि मुझे एक उस पर लगा दी हुई है छाप, कि वो जरूरी है कि वो गरीबी हो। हाँ, ये किसने कह दिया? फैक्ट्री वाला एक फैक्ट्री से 20 फैक्ट्रियां बना सकता है, 10 फैक्ट्रियां बना सकता है, तो किसान जो है वो 1 किले से 50 किले क्यों नहीं बना सकता, और वो अच्छी गाड़ी क्यों नहीं रख सकता, वो क्यों नहीं रख सकता, वो अपना लाइफस्टाइल अच्छा क्यों नहीं कर सकता। तो ये ज़बरदस्त बातें हैं इनकी, और मुझे तो उनकी फैमिली की बातें बड़ी अच्छी लगी, खासकर वाइफ की उनकी है ना, बहुत अच्छा बोली। बच्चे तो खैर छोटे हैं तो, लेकिन बच्चों ने भी जितनी बात की है बड़ी ज़बरदस्त की है, और बेटे ने भी, बेटी ने भी, और उनकी वाइफ जो है ना, वो मुझे पहले तो उन्हें देखते ही ऐसे लगा जैसे मैं अमृता प्रीतम को देख रही हूँ, क्योंकि पंजाबी की शायरा गुजरी है और बहुत बड़ी शायरा,
आप गुजरी ना कहती ना कि गुजरी है तो मैं कहता हूँ क्या पता वही हो। वो 2004 या 5 में उनकी डेथ हुई है, अमृता प्रीतम की। बल्कि मैंने उन पर नज्म भी लिखी हुई है, मेरी किताब में शामिल है, जो उन पर मैंने नज्म लिखी थी। तो बल्कि हम उनसे मिलने भी गए थे, हम फौज ख़ास उनके घर का कैसा है दिल्ली में। तो जब हम वहाँ थे तो हमने चाहा था कि हम उनसे मिलें, लेकिन उस वक्त वो इतनी बीमार थी कि किसी को मिलने नहीं दिया जा रहा था। तो 2004 में जब मैं कॉन्फ्रेंस पे वहाँ गई हूँ चंडीगढ़ में, फिर हम दिल्ली गए थे, तो हम चाहते थे कि उनसे मुलाकात हो जाए, लेकिन उसके बाद थोड़े अर्से के बाद उनकी डेथ हो गई। तो वो बिल्कुल वैसी लग रही थी, मतलब उनके ना फेस कट जो था ना उनका, नैन नक्श। हाँ बिल्कुल बिल्कुल ही वो अमृता प्रीतम जैसा था, जैसे उनकी तस्वीरें होती हैं। मुझे तो और वो आज बोली बहुत अच्छा है, बोली तो है वो अच्छा। मुझे तो आज एक वो बड़ी अच्छी चीज़ लगी है कि कितना ज़बरदस्त वो तो किसी यानी कि उर्दू ज़ुबान या हिंदी ज़ुबान में भी वो कितने अच्छे लफ्ज़ इस्तेमाल कर रहे थे। हैं ज़बरदस्त क्या है। महारत थी उनके पास, इतने अच्छे हम नहीं इस्तेमाल करते लफ्ज़ जितने वो कर रहे थे। और एक चीज़ उन्होंने यहाँ भी अपने वो स्टाइल अपना रखा है कि वो फिल्मों में भी देखा है, जैसे उनके वो ड्रेसेस जो पहनते हैं, उनकी दस्तार जो है उसी कलर की होती है, उससे मैचिंग होती है। यहाँ उन्होंने वो जो एक उनकी जैकेट है उससे उन्होंने दस्तार का वेस्ट जो पहनी हुई है। मिलाया हुआ था उसका रंग। बहरहाल हमें तो बातें भी बहुत अच्छी लगी, हमेशा ही इनकी फिल्में भी अच्छी मज़ा लगती आता है हैं, इनको और सुनने का। बातों की भी बहुत अच्छी लगती है इनकी, और जितनी बातें कही हैं बड़ी ज़बरदस्त कही हैं। और मोदी साहब अपनी इज्जत बनाएं और अपनी इज्जत को बढ़ाएं उनकी बात मान के, बिल्कुल नहीं बल्कि इस टाइम पे उनके पास मौका है कि अगर मान जाते हैं तो वो जिस तरह उन्होंने कहा कि बजाय ये कहने के कि लोग कहेंगे कि बल्कि ज़्यादा देर बाद अगर करेंगे ना फिर बल्कि ये कहा जाएगा देख लिया राता ना उन चैन है सुकून है। अभी ऐसा वक्त है कि अगर वो मान जाते हैं तो वो इस वक्त इस बन जाएंगे ना, हाँ कि वो कि मुतालबा लेके आए थे पॉपुलैरिटी इससे पहले कि कोई और मौतें हों, इससे पहले कि उनको कोई मसले हों, हमने मान ली तो वो इनके हीरो बन जाएंगे और अच्छी अच्छी नज़रों से इनके देखा जाएगा। खैर तो बहुत अच्छा लगा। नहीं जी लाजमी देखें, अभी अभी आया, हमने कहा चलें चेक करते हैं। हम तो अपने शौक में देखा है कि इनकी बातें सुनने का मज़ा आता है, तो आप भी हमारे साथ एंजॉय करें और मिलते हैं अगली वीडियो में। तब तक के लिए अपना ख्याल रखें, तो हमें देखें। अल्लाह हाफ़िज़।